फिर शुरू तो करो। ठीक है, ਸੋ ਆਪਾਂ ਡਿਸਕਸ ਕਰ ਰਹੇ ਸੀ ਕਿ ਜਦੋਂ ਸ਼ੇਕਸਪੀਅਰ ਦੀ ਡੈਥ ਹੋਈ, ਸੌਰੀ ਜਦੋਂ ਟੈਨਿਸਨ ਦੀ ਡੈਥ ਹੋਈ ਆ ਤਾਂ ਉਹਦੇ ਡੈਥ ਬੈਡ ਦੇ ਨੀਚੇ ਇੱਕ ਰਾਈਟਰ ਦੀ ਕਾਪੀ ਦੇਖੀ ਗਈ ਸੀਗੀ ਤੇ ਉਹ ਕਾਪੀ ਕਿਹੜੇ ਰਾਈਟਰ ਦੀ ਕਿਹੜੀ ਕਾਪੀ ਸੀ ਤੇ ਰਾਈਟਰ ਸੀ ਵਿਲੀਅਮ ਸ਼ੇਕਸਪੀਅਰ ਤੇ ਉਹਨਾਂ ਦੀ ਜਿਹੜੀ ਕਾਪੀ ਸੀਗੀ ਵਰਕ ਸੀਗਾ ਉਹ ਸੀਗਾ ਸਿੰਬੇਲਿਨ। ਠੀਕ ਹੈ, ਸੋ ਨੈਕਸਟ ਇਜ਼ ਦ ਫਰਸਟ ਸੋਲੋ ਕਲੈਕਸ਼ਨ ਆਫ ਪੋਇਮਸ ਕਿ ਜਿਹੜੀ ਟੈਨਿਸਨ ਦੀ ਸੋਲੋ ਕਲੈਕਸ਼ਨ ਆਫ ਪੋਇਮ ਸੀ ਉਹਦਾ ਕੀ ਨਾਮ ਸੀ? Poems chiefly lyrical in 1830। ਇਹ ਜਿਹੜੀ ਸੋਲੋ ਕਲੈਕਸ਼ਨ ਆਫ ਪੋਇਮ ਸੀ ਇਹਦੇ ਅੰਡਰ ਆਪਾਂ ਨੂੰ ਟੋਟਲ 56 ਪੋਇਮਸ ਦੇਖਣ ਨੂੰ ਮਿਲਦੀਆਂ ਨੇ ਟੈਨਿਸਨ ਦੀਆਂ। ਨੈਕਸਟ ਵਨ ਵਾਸ ਦ ਫਰਸਟ ਪਬਲਿਸ਼ਡ ਬੁੱਕ ਆਫ ਪੋਇਮਸ। ਜਿਵੇਂ ਕਿ ਮੈਂ ਪਹਿਲਾਂ ਵੀ ਡਿਸਕਸ ਕੀਤੇ ਕਿ ਆਪਾਂ ਨੂੰ ਰਾਈਟਰ ਦਾ ਫਰਸਟ ਵਰਕ, ਉਹਨਾਂ ਦਾ ਲਾਸਟ ਵਰਕ, ਫਰਸਟ ਰਿਟਨ ਵਰਕ, ਫਰਸਟ ਪਬਲਿਸ਼ਡ ਵਰਕ ਪਤਾ ਹੋਣਾ ਚਾਹੀਦਾ ਹੈ। ਸੋ ਟੈਨਿਸਨ ਦਾ ਜਿਹੜਾ ਫਰਸਟ ਪਬਲਿਸ਼ਡ ਬੁੱਕ ਆਫ ਪੋਇਮ ਸੀ ਵਾਸ ਰਿਟਨ ਵਿਦ ਹਿਸ ਬ੍ਰਦਰ। ਉਹਨੇ ਆਪਦੇ ਬ੍ਰਦਰ ਦੇ ਨਾਲ ਕੋਲੈਬੋਰੇਟ ਕਰਕੇ ਲਿਖੀ ਸੀਗੀ। ਜਦੋਂ ਉਹਨੇ ਆਪਣੇ ਬ੍ਰਦਰ ਦੇ ਨਾਲ ਇਹ ਵਰਕ ਕੋਲੈਬੋਰੇਟ ਕਰਕੇ ਲਿਖਿਆ ਸੋ ਇਟਸ ਵੈਰੀ ਈਜ਼ੀ ਟੂ ਰਿਮੈਂਬਰ ਦ ਨੇਮ। ਸੋ ਦ ਨੇਮ ਵਾਸ ਦ ਪੋਇਮ ਬਾਈ ਟੂ ਬ੍ਰਦਰਸ। ਠੀਕ ਹੈ, ਈਜ਼ੀਲੀ ਰਿਮੈਂਬਰ ਹੋ ਜਾਊਗਾ ਕਿ ਕਿਹੜੀ ਪੋਇਮ ਹੈ ਜਿਹੜੀ ਉਹਨੇ ਆਪਣੇ ਬ੍ਰਦਰ ਦੇ ਨਾਲ ਕੋਲੈਬੋਰੇਟ ਕਰਕੇ ਲਿਖੀ ਸੀ। ਉਹਦਾ ਨਾਮ ਸੀ ਦ ਪੋਇਮ ਬਾਈ ਟੂ ਬ੍ਰਦਰਸ ਵਿਚ ਗॉट ਪਬਲਿਸ਼ਡ ਇਨ 1827। ਟੈਨਿਸਨ ਦੇ ਕਿਹੜੇ ਵਰਕਸ ਆ ਜਿਨ੍ਹਾਂ ਨੂੰ ਕਲਾਸੀਕਲ ਮੈਥੋਲੋਜੀਜ਼ ਕਿਹਾ ਜਾਂਦਾ ਹੈ? ਜੇਕਰ ਆਪਾਂ ਨੂੰ ਪੁੱਛ ਲਿਆ ਜਾਏ ਕਿ ਵਿਚ ਵਰਕਸ ਆਫ ਟੈਨਿਸਨ ਆਰ ਨੋਨ ਐਜ਼ ਦ ਕਲਾਸੀਕਲ ਮੈਥੋਲੋਜੀ, ਸੋ ਬੇਸਿਕਲੀ 3 ਵਰਕਸ ਹੈ। ਫਰਸਟ ਵਨ ਇਜ਼ ਦ ਯੂਲਿਸਿਸ, ਹੀ ਫੇਮਸ ਵਰਕ ਆਫ ਟੈਨਿਸਨ। ਸੈਕੰਡ ਵਨ ਇਜ਼ ਟਾਇਰੇਸੀਅਸ ਐਂਡ ਦ ਥਰਡ ਵਨ ਇਜ਼ ਟਿਥਨਸ। ਟਿਥਨਸ ਇੱਥੇ ਮੈਂਸ਼ਨ ਨਹੀਂ ਕੀਤਾ, ਬਟ ਜਿਹੜੇ 3 ਵਰਕਸ ਆ ਜਿਨ੍ਹਾਂ ਨੂੰ ਕਲਾਸੀਕਲ ਮੈਥੋਲੋਜੀਜ਼ ਕਿਹਾ ਜਾਂਦਾ ਹੈ ਟੈਨਿਸਨ ਦੀਆਂ ਉਹ ਹੈਗੀ ਫਰਸਟ ਵਨ ਇਜ਼ ਯੂਲਿਸਿਸ, ਸੈਕੰਡ ਇਜ਼ ਟਾਇਰੇਸੀਅਸ ਐਂਡ ਦ ਥਰਡ ਵਨ ਇਜ਼ ਟਿਥਨਸ। ਸੈਕੰਡ ਬੁੱਕ ਆਫ ਪੋਇਟਰੀ ਜਿਹੜੀ ਟੈਨਿਸਨ ਦੀ ਸੈਕੰਡ ਬੁੱਕ ਆਫ ਪੋਇਟਰੀ ਸੀ। ਠੀਕ ਹੈ, ਫਰਸਟ ਪਬਲਿਸ਼ਡ ਬੁੱਕ ਆਫ ਪੋਇਟਰੀ ਕਿਹੜੀ ਸੀ? ਜਿਹੜੀ ਉਹਨੇ ਆਪਣੇ ਬ੍ਰਦਰ ਦੇ ਨਾਲ ਲਿਖੀ ਸੀ। ਸੈਕੰਡ ਬੁੱਕ ਆਫ ਪੋਇਟਰੀ ਸੀ ਜਿਹੜੀ ਉਹਦੇ ਅੰਡਰ ਜਿਹੜਾ ਵਰਕ ਇਨਕਲੂਡ ਹੁੰਦਾ ਹੈ ਉਹ ਹੈਗਾ ਦ ਲੇਡੀ ਆਫ ਸ਼ੈਲਟ which got published in 1833। ਇਸ ਵਰਕ ਨੂੰ ਵੀ ਅੱਗੇ ਆਪਾਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਅੱਗੇ ਦੇਖੋ ਆ ਗਿਆ, ਜਿਵੇਂ ਤੁਹਾਨੂੰ ਦੱਸਿਆ ਕਿ ਫਰਸਟ ਵਰਕ ਕਿਹੜਾ ਹੈ, ਲਾਸਟ ਵਰਕ ਕਿਹੜਾ ਹੈ। ਇੱਥੇ ਮੈਂ ਵਰਡ ਯੂਜ਼ ਕੀਤਾ ਸਵੈਨ ਸੌਂਗ। ਕੁਐਸਚਨ ਆ ਜਾਂਦਾ ਹੈ ਵਿਲੀਅਮ ਸ਼ੇਕਸਪੀਅਰ ਦਾ ਸਵੈਨ ਸੌਂਗ ਕਿਹੜਾ ਹੈ? ਠੀਕ ਹੈ, ਹੋਰ ਰਾਈਟਰਸ ਹੈ ਜਿਵੇਂ ਸਪੈਂਸਰ ਹੈ, ਮਾਰਲੋ, ਇਹਨਾਂ ਦੇ ਸਵੈਨ ਸੌਂਗ ਕਿਹੜੇ ਹੈ? ਉਸੇ ਤਰ੍ਹਾਂ ਜਿਹੜਾ ਟੈਨਿਸਨ ਹੈ, ਟੈਨਿਸਨ ਦਾ ਸਵੈਨ ਸੌਂਗ ਕਿਹੜਾ ਸੀ? ਕ੍ਰਾਸਿੰਗ ਦਾ ਬਾਰਸ। ਸਵੈਨ ਸੌਂਗ ਕੀ ਹੁੰਦਾ ਹੈ ਕਿ ਕਿਸੇ ਵੀ ਰਾਈਟਰ ਦਾ ਲਾਸਟ ਵਰਕ ਕਿਹੜਾ ਸੀ। ਠੀਕ ਹੈ, ਸਵੈਨ ਸੌਂਗ ਵਰਡ ਯੂਜ਼ ਕੀਤਾ ਜਾਂਦਾ ਹੈ ਲਾਸਟ ਵਰਕ ਦੇ ਲਈ। ਸੋ ਟੈਨਿਸਨ ਦਾ ਸਵੈਨ ਸੌਂਗ ਸੀ ਕ੍ਰਾਸਿੰਗ ਦਾ ਬਾਰਸ। ਟੈਨਿਸਨਸ ਫੇਵਰਿਟ ਪੋਇਮ, ਹੁਣ ਟੈਨਿਸਨ ਦੀ ਫੇਵਰਿਟ ਪੋਇਮ ਕਿਹੜੀ ਸੀ? ਮੌਡ। ਇਹਦੇ ਬਾਰੇ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਡਰਾਮੈਟਿਕ ਮੋਨੋਲੌਗ, ਵੈਸੇ ਤਾਂ ਯੂਜੂਅਲੀ ਡਰਾਮੈਟਿਕ ਮੋਨੋਲੌਗ ਜਿਹੜਾ ਵਰਡ ਹੈ ਇਹ ਰੋਬਰਟ ਬਰਾਊਨਿੰਗ ਲਈ ਯੂਜ਼ ਕੀਤਾ ਜਾਂਦਾ ਹੈ। ਆਪਾਂ ਨੂੰ ਕੁਐਸਚਨ ਪੁੱਛ ਲਈ ਕਿ ਵਿਚ ਰਾਈਟਰ ਇਜ਼ ਨੋਨ ਫॉर द ਡਰਾਮੈਟਿਕ ਮੋਨੋਲੌਗ। ਠੀਕ ਹੈ, ਨੀਚੇ ਟੈਨਿਸਨ ਵੀ ਦਿੱਤਾ ਹੋਵੇ, ਬਰਾਊਨਿੰਗ ਵੀ ਦਿੱਤਾ ਹੋਵੇ ਤਾਂ ਆਪਾਂ ਉਹਦੇ ਚ ਵਰਡ ਯੂਜ਼ ਕਰਾਂਗੇ, ਚੂਜ਼ ਕਰਾਂਗੇ ਰੋਬਰਟ ਬਰਾਊਨਿੰਗ। ਠੀਕ ਹੈ, ਬਟ ਇੱਥੇ ਉਹਨਾਂ ਨੇ ਕਿਹਾ ਡਰਾਮੈਟਿਕ ਮੋਨੋਲੌਗ ਵਰਕ ਲਈ ਕਿਹਨੂੰ ਜਾਣਿਆ ਜਾਂਦਾ ਹੈ? ਡਰਾਮੈਟਿਕ ਮੋਨੋਲੌਗ ਜਿਹੜਾ ਟੈਨਿਸਨ ਦਾ ਕਿਹੜਾ ਵਰਕ ਆ? ਯੂਲਿਸਿਸ ਹੈ। ਠੀਕ ਹੈ, ਨੈਕਸਟ ਇਜ਼ ਹਿਸਟੋਰੀਕਲ ਡਰਾਮਾ ਕਿ ਜਿਹੜਾ ਟੈਨਿਸਨ ਦਾ ਹਿਸਟੋਰੀਕਲ ਡਰਾਮਾ ਕਿਹੜਾ ਸੀ? ਹਿਸਟੋਰੀਕਲ ਡਰਾਮਾ ਸੀਗਾ ਹੈਰੋਲਡ। ਤੇ ਕੱਲਾ ਡਰਾਮਾ ਕਿਹੜਾ ਸੀ ਟੈਨਿਸਨ ਦਾ? ਦ ਕੱਪ। ਇਹ ਯਾਦ ਰੱਖਿਓ ਕਿ ਟੈਨਿਸਨ ਦਾ ਸਵੈਨ ਸੌਂਗ ਕਿਹੜਾ ਹੈ? ਲਾਸਟ ਵਰਕ ਕਿਹੜਾ ਸੀ? ਕ੍ਰਾਸਿੰਗ ਦਾ ਬਾਰ ਸੀ। ਠੀਕ ਹੈ, ਡਰਾਮੈਟਿਕ ਮੋਨੋਲੌਗ ਕਿਹੜਾ ਵਰਕ ਹੈ ਟੈਨਿਸਨ ਦਾ? ਯੂਲਿਸਿਸ ਹੈ। ਹਿਸਟੋਰੀਕਲ ਡਰਾਮਾ ਕਿਹੜਾ ਟੈਨਿਸਨ ਦਾ? ਹੈਰੋਲਡ ਹੈ। ਜਸਟ ਅਗਰ ਕੱਲਾ ਡਰਾਮਾ ਪੁੱਛ ਲਿਆ ਜਾਵੇ ਟੈਨਿਸਨ ਦਾ ਸੋ ਦੈਟ ਇਜ਼ ਦ ਕੱਪ। ਠੀਕ ਹੈ, ਇਹ ਯਾਦ ਰੱਖਿਓ। So moving on to the next slide कि important works केड़े सीगे टैनिसन दे। First one is the Lotus Eaters which got published in 1832, The Lady of Shalott 1832। Major works ਤਾਂ ਤੁਹਾਨੂੰ ਪਤਾ ਹੀ ਹੋਣੇ ਚਾਹੀਦੇ ਕਿ ਕਿਹੜੇ ਰਾਈਟਰਸ ਦੇ ਮੇਜਰ ਵਰਕਸ ਕਿਹੜੇ ਆ। ਬੇਸਿਕਲੀ ਬਹੁਤ ਕੁਐਸਚਨਸ ਹੁੰਦੇ ਆ ਇਹਦੇ ਵਿੱਚੋਂ ਹੀ। ਬ੍ਰੇਕ 1842, ਜਿਵੇਂ ਕਿ ਆਪਾਂ ਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਬ੍ਰੇਕ ਇੱਕ ਐਲਜੀ ਹੈ ਇੱਕ। The Two Voices 1834, Ulysses, most famous work of Tennyson 1833, written in 1833. In Memoriam, which was written in the memory of A.H.H, got published in 1850. Maud 1855. Idylls of the King 1859 to like 1885. Next one is Tithonus 1860.
द चार्ज ऑफ द लाइट ब्रिगेड 1854 ਇਹ ਵਰਕ ਆ ਜਿਹਦੇ ਵਿੱਚ ਕ੍ਰੀਮੀਅਨ ਵਾਰ ਦਾ ਰੈਫਰੈਂਸ ਦੇਖਣ ਨੂੰ ਮਿਲਦਾ ਹੈ। ਕੁਐਸਚਨ ਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਟੈਨਿਸਨ ਦਾ ਕਿਹੜਾ ਵਰਕ ਆ ਜਿਹਦੇ ਵਿੱਚ ਆਪਾਂ ਨੂੰ ਦ ਕ੍ਰੀਮੀਅਨ ਵਾਰ ਦਾ ਰੈਫਰੈਂਸ ਵੇਖਣ ਨੂੰ ਮਿਲਦਾ ਹੈ। So that is the charge of the light brigade, which got published in 1854. Next one is the Mariana 1830, the Princess 1847. ਇਹ ਮੇਜਰ ਵਰਕਸ ਦੇ ਮੈਂ ਜਸਟ ਨਾਮ ਲਿਖਿਆ ਜਿਹੜੇ ਜਿਹੜੇ ਵਰਕਸ ਦੇ ਇਹਦੇ ਵਿੱਚੋਂ ਸਬ ਟਾਈਟਲਸ ਹੁੰਦੇ ਆ, ਜਿਵੇਂ ਕਿ ਦ ਪ੍ਰਿੰਸੈਸ ਹੈ, ਦ ਪ੍ਰਿੰਸੈਸ ਦਾ ਸਬ ਟਾਈਟਲ ਹੈ ਔਰ ਮੈਡਲੇ, ਬਹੁਤ ਇੰਪੋਰਟੈਂਟ ਹੈ, ਪਤਾ ਹੋਣਾ ਚਾਹੀਦਾ ਹੈ। ਸੋ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਇਹਨਾਂ ਦਾ ਫਰਸਟ ਵਰਕ, that is the Lotus Eaters. ਟੈਨਿਸਨ ਦਾ ਫਰਸਟ ਵਰਕ ਹੈ, ਫਰਸਟ ਪੋਇਮ ਹੈ ਦ ਲੋਟਸ ਈਟਰਸ। ਇਹ ਜਿਹੜੀ ਪੋਇਮ ਹੈ ਇਹ ਲਿਖੀ ਗਈ ਹੈ ਸਪੈਂਸੇਰੀਅਨ ਸਟੈਂਜਾਸ ਦੇ ਵਿੱਚ। ਹੁਣ ਵਰਕਸ ਹੈ ਜਿਹੜੇ ਕਿਹੜੀ ਥੀਮਸ ਨੂੰ ਕਿਹੜੇ ਨੂੰ ਫੋਲੋ ਕਰਦੇ ਆ, ਜਿਵੇਂ ਕਿ ਇਹ ਵਰਕ ਹੈ ਜਿਹੜਾ ਇਸ ਸਪੈਂਸੇਰੀਅਨ ਸਟੈਂਜਾ ਦੇ ਵਿੱਚ ਲਿਖਿਆ ਗਿਆ ਐਂਡ ਦਿਸ ਵਰਕ ਵਾਸ ਇਨਫਲੂਐਂਸਡ ਬਾਈ ਹੋਮਰਸ ਓਡੀਸੀ। ਹੋਮਰ ਦੀ ਓਡੀਸੀ ਤੋਂ ਵਰਕ ਇਨਫਲੂਐਂਸਡ ਹੈ। ਇਸ ਪੋਇਮ ਦੇ ਵਿੱਚ ਕੀ ਹੈ, ਕੁਐਸਚਨ ਆ ਸਕਦਾ ਹੈ ਇਹਦੇ ਵਿੱਚ, ਇੱਕ ਤਾਂ ਮਾਊਂਟੇਨ ਦਾ ਨਾਮ ਪੁੱਛ ਲਿਆ ਜਾਂਦਾ ਹੈ ਕਿ ਯਾਰ ਲੋਟਸ ਈਟਰ ਦੇ ਵਿੱਚ ਜਿੱਥੇ ਉਹ ਟ੍ਰਿਪ ਜਾਂਦਾ ਹੈ, ਠੀਕ ਹੈ, ਉਸ ਮਾਊਂਟੇਨ ਦਾ ਕੀ ਨਾਮ ਸੀ, ਉਸ ਮਾਊਂਟੇਨ ਦਾ ਨਾਮ ਸੀਗਾ ਪਾਇਰੇਨੀਜ਼। ਯਾਦ ਰੱਖਿਓ ਕਿ ਮਾਊਂਟੇਨ ਦਾ ਨਾਮ ਹੈ ਪਾਇਰੇਨੀਜ਼। ਇਸ ਵਰਕ ਦੇ ਵਿੱਚ ਬੇਸਿਕ ਥੀਮਸ ਕੀ ਵੇਖਣ ਨੂੰ ਮਿਲਦੀਆਂ ਨੇ, ਫਰਸਟ ਵਨ ਇਜ਼ ਡੈਥ, ਸੈਕੰਡ ਵਨ ਇਜ਼ ਡ੍ਰੀਮ ਐਂਡ ਦ ਥਰਡ ਵਨ ਇਜ਼ ਦ ਸਲੀਪ। ਇਸ ਵਰਕ ਦੇ ਵਿੱਚ ਕੀ ਹੈ, ਤੁਹਾਨੂੰ ਮੈਂ ਛੋਟੀ ਜੀ ਸਮਰੀ ਦੱਸ ਦਿੰਦੀ ਕਿ ਲੋਟਸ ਈਟਰਸ ਦੇ ਵਿੱਚ ਕੀ ਹੈ, ਇਹ ਆਪਦੇ ਫਰੈਂਡਸ ਦੇ ਨਾਲ ਸਪੇਨ ਦੇ ਵਿੱਚ ਇੱਕ ਟ੍ਰਿਪ ਲਈ ਜਾਂਦੇ ਆ। ਉੱਥੇ ਜਾ ਕੇ ਕੀ ਹੈ, ਇੱਕ ਲੋਟਸ ਦੇ ਫਲਾਵਰਸ ਨੂੰ ਖਾ ਲੈਂਦੇ ਆ। ਇਹ ਜਦੋਂ ਲੋਟਸ ਦੇ ਫਲਾਵਰਸ ਨੂੰ ਖਾ ਲੈਂਦੇ ਆ ਤੇ ਉੱਥੋਂ ਬਾਅਦ ਇਹਨਾਂ ਨੂੰ ਇਹ ਫੀਲ ਹੋਣ ਲੱਗ ਜਾਂਦਾ ਕਿ ਵੀ ਗॉट ਆਈਸੋਲੇਟਿਡ ਫਰੋਮ ਦਾ ਆਊਟਰ ਵਰਲਡ। ਠੀਕ ਹੈ, ਇਸ ਵਿੱਚ ਕੀ ਹੈ, ਰੀਅਲ ਵਰਲਡ ਤੇ ਮੈਜੀਕਲ ਵਰਲਡ ਦਾ ਆਪਾਂ ਨੂੰ ਡਿਫਰੈਂਸ ਦਿਖਾਇਆ ਗਿਆ ਕਿ ਕਿਵੇਂ ਲੋਟਸ ਖਾਣ ਤੋਂ ਬਾਅਦ ਉਹ ਆਪਦੇ ਆਪ ਨੂੰ ਆਊਟਰ ਵਰਲਡ ਦੇ ਕੀ ਹੈ ਆਈਸੋਲੇਟ ਫੀਲ ਕਰਦੇ ਆ। ਠੀਕ ਹੈ, ਇਹ ਯਾਦ ਰੱਖਿਓ ਕਿ ਜਿਹੜਾ ਲੋਟਸ ਈਟਰ ਹੈ ਕਿੱਥੋਂ ਇਨਸਪਾਇਰ ਹੈ, ਹੋਮਰ ਦੀ ਓਡੀਸੀ ਤੋਂ ਇਨਸਪਾਇਰ ਹੈ। ਮਾਊਂਟੇਨ ਦਾ ਕੀ ਨਾਮ ਸੀਗਾ, ਪਾਇਰੇਨੀਜ਼ ਮਾਊਂਟੇਨ ਸੀ ਜਿੱਥੋਂ ਵਿਜ਼ਿਟ ਕਰਦੇ ਆ। ਨੈਕਸਟ ਇਜ਼ ਦ ਲੇਡੀ ਆਫ ਸ਼ੈਲਟ। ਦ ਲੇਡੀ ਆਫ ਸ਼ੈਲਟ, ਹੁਣ ਆ ਸਕਦਾ ਕਿ ਸ਼ੈਲਟ ਕੀ ਚੀਜ਼ ਹੈ, ਸ਼ੈਲਟ ਇਜ਼ ਦ ਨੇਮ ਆਫ ਐਨ ਆਈਲੈਂਡ। ਠੀਕ ਹੈ, ਕੁਐਸਚਨ ਆ ਸਕਦਾ ਹੈ ਕਿ व्हाट इज शैलट, एक आइलैंड है, एक रिवर है, एक माउंटेन है, की है, तो तुसी याद रखियो शैलट इज द नेम ऑफ एन आइलैंड, एक आइलैंड है। ये जेड़ा वर्क है लिरिकल बैलेड है, ठीक है, नैरेटिव पोएम है। नाउ इन दिस वर्क a lady lives in an island castle in river which flows to the Camelot। ठीक है, ਇਹਦੀ ਸਟੋਰੀ ਕੀ ਹੈ, ਇੱਕ ਲੇਡੀ ਹੈ ਜਿਹੜੀ ਕਿ ਇੱਕ ਆਈਲੈਂਡ ਦੇ ਵਿੱਚ, ਉਹ ਜਿਹੜਾ ਆਈਲੈਂਡ ਹੈ ਕਿੱਥੇ ਸਿਚੁਏਟਡ ਹੈ, ਇੱਕ ਰਿਵਰ ਦੇ ਵਿੱਚ ਸਿਚੁਏਟਡ ਹੈ। ਤੇ ਜਿਹੜਾ ਰਿਵਰ ਹੈ ਉਹ ਕਿੱਥੇ ਜਾ ਰਿਹਾ ਹੈ, ਉਹ ਕੈਮਲਟ ਨਾਮ ਦੀ ਜਗ੍ਹਾ ਦੇ ਉੱਪਰ ਜਾ ਰਿਹਾ ਹੈ। ਜਿਹੜਾ ਉਹਦਾ ਕੈਸਲ ਹੈ ਉਹ ਰਿਵਰ ਦੇ ਵਿੱਚ ਸਿਚੁਏਟਡ ਹੈ ਐਂਡ ਉਹਨੂੰ ਕਰਸ ਮਿਲਿਆ ਹੋਇਆ ਹੈ ਕਿ ਉਹਦੇ ਉਹ ਮਤਲਬ ਉਹ ਵੀਵ ਕਰਦੀ ਰਹਿੰਦੀ ਹੈ, ਕੁਛ ਨਾ ਕੁਛ ਆਪਦੇ ਰੂਮ ਦੇ ਵਿੱਚ ਬੁਣਦੀ ਰਹਿੰਦੀ ਹੈ, ਬਟ ਉਹਨੂੰ ਕਰਸ ਮਿਲਿਆ ਹੋਇਆ ਹੈ ਕਿ ਉਹਦੇ ਰੂਮ ਦੇ ਵਿੱਚ ਇੱਕ ਵਿੰਡੋ ਹੈ, ਉਹਨੇ ਬਾਹਰ ਦੇ ਮਤਲਬ ਰੀਅਲ ਵਰਲਡ ਨੂੰ ਨਹੀਂ ਦੇਖਣਾ। ਠੀਕ ਹੈ, ਵਨ ਡੇ ਕੀ ਹੁੰਦਾ ਹੈ ਕਿ ਇੱਕ ਦਿਨ ਕੀ ਹੈ, ਸਰ ਲੈਂਸਲੌਟ ਨਾਮ ਦਾ ਕੈਰੈਕਟਰ ਹੈ, ਉੱਥੋਂ ਪਾਸ ਬਾਏ ਹੁੰਦੇ ਉਹਦੇ ਵਿੰਡੋ ਦੇ ਕੋਲੋਂ ਤੇ ਉਹ ਮਿਊਜ਼ਿਕ ਕੋਈ ਸੌਂਗ ਆ ਰਹੇ ਹੁੰਦੇ ਆ ਤੇ ਜਿਹੜੀ ਲੇਡੀ ਹੁੰਦੀ ਆ ਜਿਹਨੂੰ ਕਰਸ ਦਿੱਤਾ ਗਿਆ ਹੁੰਦਾ ਕਿ ਤੁਸੀਂ ਰੀਅਲ ਵਰਲਡ ਨੂੰ ਨਹੀਂ ਦੇਖੋਗੇ, ਉਹ ਆਪਦਾ ਕੁਛ ਨਾ ਕੁਛ ਬੁਣਦੀ ਰਹਿੰਦੀ ਹੈ। ਬਟ ਬੁਣਦੀ ਕਿਵੇਂ ਕਿ ਜਿਹੜਾ ਉਹਦੇ ਰੂਮ ਦੇ ਵਿੱਚ ਮਿਰਰ ਲੱਗਿਆ ਹੋਇਆ ਨਾ, ਜੋ ਚੀਜ਼ਾਂ ਉਹਦੇ ਮਿਰਰ ਦੇ ਵਿੱਚ ਰਿਫਲੈਕਟ ਹੁੰਦੀਆਂ ਜਸਟ ਉਹਨੂੰ ਦੇਖ ਕੇ ਬੁਣਦੀ ਹੈ। ਠੀਕ ਹੈ, ਚੀਜ਼ਾਂ ਅਸਲੀ ਚੀਜ਼ਾਂ ਨੂੰ ਨਹੀਂ ਦੇਖਦੀ। ਜਦੋਂ ਸਰ ਲੈਂਸਲੌਟ ਦਾ ਉਹਨੂੰ ਮਿਊਜ਼ਿਕ ਉਹਦੇ ਤੋਂ ਜ਼ਿਆਦਾ ਉਹ ਮਤਲਬ ਉਹਨੂੰ ਅਟਰੈਕਟ ਕਰਦਾ ਹੈ ਆਪਦੇ ਵੱਲ, ਤਾਂ ਵਿੰਡੋ ਵੱਲ ਭੱਜੀ ਹੋਈ ਜਾਂਦੀ ਹੈ, ਤਾਂ ਵਿੰਡੋ ਦੇ ਵਿੱਚੋਂ ਕੀ ਸਰ ਲੈਂਸਲੌਟ ਨੂੰ ਦੇਖ ਲੈਂਦੀ ਹੈ। ਉੱਥੋਂ ਮੰਨਿਆ ਜਾਂਦਾ ਹੈ ਕਿ ਜਿਹੜਾ ਉਹਨੂੰ ਕਰਸ ਮਿਲਿਆ ਸੀਗਾ ਨਾ, ਉਹ ਹੋਰ ਵੀ ਉਹਦੇ ਉੱਪਰ ਜ਼ਿਆਦਾ ਹਾਵੀ ਹੋ ਜਾਂਦਾ ਹੈ, ਜਿਹਨੂੰ ਕਹਿ ਸਕਦੇ ਆਪਾਂ। ਠੀਕ ਹੈ, ਉੱਥੋਂ ਦੇ ਜਿਹੜੇ ਲੋਕ ਹੈ, ਉੱਥੋਂ ਦੇ ਜਿਹੜੇ ਫਾਰਮਰਸ ਹੈ, ਉਹਨਾਂ ਨੇ ਕਦੇ ਵੀ ਇਸ ਲੇਡੀ ਨੂੰ ਨਹੀਂ ਦੇਖਿਆ, ਬਟ ਸਿਰਫ ਉਹਦੀ ਬਿਊਟੀ ਬਾਰੇ ਸੁਣਿਆ ਕਿ ਹਾਂ ਇਹ ਲੇਡੀ ਬਹੁਤ ਸੋਹਣੀ ਹੈ। ਠੀਕ ਹੈ, ਬਟ ਉਹਨੂੰ ਰੀਅਲ ਦੇ ਵਿੱਚ ਕਿਸੇ ਨੇ ਨਹੀਂ ਦੇਖਿਆ। ਜਦੋਂ ਸਰ ਲੈਂਸਲੌਟ ਨੂੰ ਦੇਖ ਲੈਂਦੀ ਹੈ, ਉੱਥੋਂ ਕੈਸਲ ਛੱਡ ਕੇ ਭੱਜ ਜਾਂਦੀ ਹੈ ਇੱਕ ਬੋਟ ਦੇ ਵਿੱਚ, ਤੇ ਉੱਥੇ ਕੀ ਹੈ, ਉਹ ਬੋਟ ਦੇ ਵਿੱਚ ਆਪਦਾ ਨਾਮ ਲਿਖ ਦਿੰਦੀ ਹੈ, ਪ੍ਰਿੰਟ ਆਊਟ ਕਰ ਦਿੰਦੀ ਹੈ ਤੇ ਉੱਥੋਂ ਚਲੀ ਜਾਂਦੀ ਆ ਉਹ। ਬਟ ਅਗੇਨ ਕੀ ਹੁੰਦਾ, ਜਿੱਥੇ ਉਹਨੇ ਪਹੁੰਚਣਾ ਹੁੰਦਾ ਆਪਦੀ ਜਗ੍ਹਾ ਦੇ ਉੱਪਰ, ਉਹ ਪਹੁੰਚਦੀ ਨਹੀਂ ਗੀ। ਮਤਲਬ ਕੀ ਹੈ ਕਿ ਉਹ ਮਿਡ ਦੇ ਵਿੱਚ ਹੀ ਰਹਿ ਜਾਂਦੀ, ਕਿ ਜਿਹੜਾ ਉਹਨੂੰ ਕਰਸ ਮਿਲਿਆ ਸੀ ਇੰਨਾ ਹਾਵੀ ਹੋ ਗਿਆ ਉਹਦੇ ਉੱਪਰ ਕਿ ਉਹ ਆਪਦੀ ਜਗ੍ਹਾ ਦੇ ਉੱਪਰ, ਆਪਦੇ ਪ੍ਰੋਪਰ ਡੈਸਟੀਨੇਸ਼ਨ ਦੇ ਉੱਪਰ ਕੀ ਨਹੀਂ ਪਹੁੰਚ ਸਕੀ। ਨੈਕਸਟ ਵਨ ਇਜ਼ ਬ੍ਰੇਕ 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 which got published in 1842। ਜਿਵੇਂ ਕਿ ਨਾਮ ਤੋਂ ਹੀ ਪਤਾ ਹੈ, ਬ੍ਰੇਕ 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 ਇੱਕ ਐਲਜੀ ਹੈ ਇਹ। This poem describes the Tennyson's feelings for his friend। ਜਿਵੇਂ ਕਿ ਇਹਦੀ ਪੋਇਮ ਹੈ ਨਾ ਟੈਨਿਸਨ ਦੀ, ਆਪਾਂ ਅੱਗੇ ਡਿਸਕਸ ਕਰਾਂਗੇ। ਇਨ ਮੈਮੋਰੀਅਮ ਵੀ ਟੈਨਿਸਨ ਨੇ ਆਪਦੀ ਫਰੈਂਡ ਦੀ ਯਾਦ ਦੇ ਵਿੱਚ ਲਿਖੀ ਸੀ, ਆਰਥਰ ਹੈਨਰੀ ਹੈਲਮ ਦੀ ਯਾਦ ਦੇ ਵਿੱਚ। ਠੀਕ ਹੈ, ਸੇਮ ਫੀਲਿੰਗਸ ਉਹਨੇ ਬ੍ਰੇਕ 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 ਦੇ ਵਿੱਚ ਵੀ ਉਹੀ ਸੇਮ ਫੀਲਿੰਗਸ ਦੇਖਣ ਨੂੰ ਮਿਲਦੀਆਂ
कि this poem describes the feeling of loss spoken by a man who is standing on the rocky seashore. Sufferings same as in memoriam, ਜਿਵੇਂ ਕਿ ਉਹਨੇ in memoriam ਦੇ ਵਿੱਚ ਆਪਣੀਆਂ sufferings ਨੂੰ depict ਕੀਤਾ ਆਪਣੇ ਸਾਹਮਣੇ, ਉਸੇ ਤਰ੍ਹਾਂ same feelings ਉਹਨੇ break poem ਦੇ ਵਿੱਚ ਲਿਖੀਆਂ, but the man is standing on the rocky sea shore. Next one is Ulysses, most important work written by Tennyson. So this work was written in 1833. ਇਹ ਧਿਆਨ ਰੱਖਿਓ ਕਿ work written ਹੈ 1833 ਦੇ ਵਿੱਚ, published ਕਦੋਂ ਹੋਇਆ? Published ਹੋਇਆ 1842 ਦੇ ਵਿੱਚ, ਠੀਕ ਹੈ। ਇਹ work ਆ ਜਿਹੜਾ blank verse ਦੇ ਵਿੱਚ ਲਿਖਿਆ ਗਿਆ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜਾ work ਆ blank verse ਦੇ ਵਿੱਚ ਲਿਖਿਆ ਗਿਆ, ਕਿਹੜਾ Spenserian stanza ਦੇ ਵਿੱਚ ਲਿਖਿਆ ਗਿਆ, ਕਿਹਨੇ iambic tetrameter ਦੀ theme follow ਕੀਤੀ ਹੈ, ਠੀਕ ਹੈ। ਇਹ ਜਿਹੜਾ work ਆ blank verse ਦੇ ਵਿੱਚ ਲਿਖਿਆ ਗਿਆ, dramatic monologue ਹੈ। ਇਹਦੇ ਵਿੱਚ ਜਿਹੜਾ ਯੂਲਿਸਿਸ ਹੈ ਉਹਦੀ ਵਾਈਫ ਦਾ ਕੀ ਨਾਮ ਹੈ? ਕੁਐਸਚਨ ਆ ਸਕਦਾ ਹੈ ਕਿ ਯੂਲਿਸਿਸ ਦੀ ਵਾਈਫ ਦਾ ਕੀ ਨਾਮ ਸੀ? ਪੈਨੇਲੋਪ, ਤੇ ਉਹਦੇ ਸਨ ਦਾ ਕੀ ਨਾਮ ਸੀ? ਟੈਲੀਮੈਕਸ। ਇਹਨਾਂ ਦੋ ਨੇਮਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਬੱਚੇ ਆਮ ਤੌਰ ਤੇ ਕਨਫਿਊਜ਼ ਹੁੰਦੇ ਆ ਕਿ ਜਿਹੜਾ ਸਨ ਦਾ ਨੇਮ ਆ ਉਹ ਪੈਨੇਲੋਪ ਲਾ ਦਿੰਦੇ ਆ ਤੇ ਜਿਹੜੀ ਵਾਈਫ ਦਾ ਨੇਮ ਉਹ ਟੈਲੀਮੈਕਸ ਲਾ ਦਿੰਦੇ ਆ, ਠੀਕ ਹੈ। ਸੋ ਧਿਆਨ ਰੱਖਿਓ, ਵਾਈਫ ਦਾ ਨਾਮ ਹੈ ਪੈਨੇਲੋਪ ਤੇ ਸਨ ਦਾ ਕੀ ਨੇਮ ਸੀ? ਟੈਲੀਮੈਕਸ। ਇੱਕ ਕੁਐਸਚਨ ਹੋਰ ਪੁੱਛ ਲਿਆ ਜਾਂਦਾ ਹੈ ਕਿ ਜਿਹੜਾ ਯੂਲਿਸਿਸ ਸੀ ਕਿੱਥੋਂ ਦਾ ਰਾਜਾ ਸੀ, ਉਹ ਕਿੱਥੋਂ ਦਾ ਕਿੰਗ ਸੀ? ਹੀ ਵਾਸ ਦ ਕਿੰਗ ਆਫ ਇਥਾਕਾ, ਠੀਕ ਹੈ। ਇਥਾਕਾ ਦਾ ਉਹ ਕਿੰਗ ਸੀਗਾ। ਯੂਲਿਸਿਸ ਇਹਦੇ ਵਿੱਚ ਕੀ ਆ, ਆਪਦੇ ਬੇਟੇ ਦੇ ਨਾਲ ਗੱਲ ਕਰ ਰਿਹਾ, ਉਹਦੇ ਬੇਟੇ ਦਾ ਕੀ ਨਾਮ ਹੈ? ਟੈਲੀਮੈਕਸ, ਠੀਕ ਹੈ। ਆਪਦੇ ਬੇਟੇ ਨਾਲ ਵੀ ਗੱਲ ਕਰ ਰਿਹਾ। ਉਸ ਤੋਂ ਬਾਅਦ ਵਿੱਚ ਕਿਤੇ ਰੈਫਰੈਂਸ ਵੇਖਣ ਨੂੰ ਮਿਲਦੇ ਕਿ ਜਿਹੜੇ ਉਹਦੇ ਸੇਲਰ ਫਰੈਂਡਸ ਹੈ ਉਹਨਾਂ ਦੇ ਨਾਲ ਵੀ ਉਹ ਗੱਲ ਕਰ ਰਿਹਾ ਕਿ that he wants to explore the world despite of being getting old doesn't stop him। ਦੇਖੋ ਯੂਲਿਸਿਸ ਜਿਹੜੇ ਕਿੰਗ ਆਫ ਇਥਾਕਾ ਉਹਦੀ ਏਜ ਕੀ ਹੈ? ਹੌਲੀ ਹੌਲੀ ਵੱਧ ਰਹੀ ਹੈ, ਬਟ ਡਿਸਪਾਈਟ ਆਫ ਬੀਇੰਗ ਓਲਡ, ਗੈਟਿੰਗ ਓਲਡ, ਉਹ ਕੀ ਹੈ? ਵਰਲਡ ਨੂੰ ਹੋਰ ਐਕਸਪਲੋਰ ਕਰਨਾ ਚਾਹੁੰਦਾ ਹੈ, ਠੀਕ ਹੈ। ਹੁਣ ਵੀ ਉਹ ਜਰਨੀ ਦੇ ਉੱਪਰ ਜਾ ਕੇ ਆਇਆ, ਬਟ ਉਹਨੂੰ ਇਹ ਨਹੀਂ ਹੈ ਉਹਨੂੰ ਕਿ ਮੈਂ ਬਜ਼ੁਰਗ ਹੋ ਰਿਹਾ, ਬਟ ਉਹਨੂੰ ਇਹ ਹੈ ਕਿ ਮੈਂ ਹੋਰ ਬਹੁਤ ਚੀਜ਼ਾਂ ਕੀ ਨਵੀਆਂ ਐਕਸਪਲੋਰ ਕਰਨੀਆਂ। ਮੋਸਟ ਇੰਪੋਰਟੈਂਟ ਲਾਸਟ ਲਾਈਨ ਕੀ ਸੀ ਯੂਲਿਸਿਸ ਦੀ? ਬਹੁਤ ਇੰਪੋਰਟੈਂਟ ਹੈ, ਟੂ ਸਟਰਾਈਵ, ਟੂ ਸੀਕ, ਟੂ ਫਾਈਂਡ ਐਂਡ ਨॉट ਟੂ ਯੀਲਡ। ਆ ਜਾਂਦੀਆਂ ਆਮ ਤੌਰ ਤੇ ਕੁਐਸਚਨਸ ਦੀਆਂ ਕਿ ਲਾਸਟ ਲਾਈਨ ਕਿਹੜੀ ਸੀ ਯੂਲਿਸਿਸ ਦੀ? ਟੂ ਸਟਰਾਈਵ, ਟੂ ਸੀਕ, ਟੂ ਫਾਈਂਡ ਐਂਡ ਨॉट ਟੂ ਯੀਲਡ। ਜਿਹੜੇ ਇਹਨਾਂ ਦੇ ਮੇਜਰ ਵਰਕਸ ਹੈ ਨਾ ਉਹਨਾਂ ਦੀਆਂ ਆਪਾਂ ਨੂੰ ਓਪਨਿੰਗ ਲਾਈਨਸ ਹੋ ਗਈਆਂ, ਲਾਸਟ ਲਾਈਨਸ ਹੋ ਗਈਆਂ, ਠੀਕ ਹੈ। ਇਹ ਵੀ ਤੁਸੀਂ ਯਾਦ ਕਰਨੀ ਹੈ। ਨੈਕਸਟ ਇਜ਼ ਇਨ ਮੈਮੋਰੀਅਮ। ਇਨ ਮੈਮੋਰੀਅਮ ਬਹੁਤ ਇੰਪੋਰਟੈਂਟ ਹੈ, ਜਿਵੇਂ ਕਿ ਯੂਲਿਸਿਸ ਬਹੁਤ ਇੰਪੋਰਟੈਂਟ ਸੀ, ਸੇਮ ਲਾਈਕ ਦੈਟ ਇਨ ਮੈਮੋਰੀਅਮ ਸੀ 1850 ਦੇ ਵਿੱਚ ਪਬਲਿਸ਼ਡ ਹੋਇਆ ਹੈ। ਤੇ ਇਹਦਾ ਓਰੀਜਨਲ ਟਾਈਟਲ ਕੀ ਹੈ? ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਿਹੜੇ ਵਰਕਸ ਤੇ ਆਪਾਂ ਨੂੰ ਓਰੀਜਨਲ ਟਾਈਟਲਸ, ਸਬ ਟਾਈਟਲਸ ਵੇਖਣ ਨੂੰ ਮਿਲਦੇ ਆ, ਇਹ ਤੁਸੀਂ ਕੀ ਹੈ ਆਪਦੇ ਮੈਮਰੀ ਦੇ ਵਿੱਚ ਉਹਨੂੰ ਕਮਿਟ ਕਰ ਲਓ ਕਿ ਉਹ ਕਰਨੇ ਹੀ ਕਰਨੇ ਆ। ਇਨ ਮੈਮੋਰੀਅਮ ਦਾ ਸਬ ਟਾਈਟਲ ਹੈ ਦ ਵੇ ਆਫ ਦਾ ਸੋਲ। ਇੱਕ ਇਹਨਾਂ ਦਾ ਹੋਰ ਸਬ ਟਾਈਟਲ ਆਊਗਾ, ਇਹ ਸੌਰੀ ਇਹਦਾ ਓਰੀਜਨਲ ਟਾਈਟਲ ਹੈ ਦ ਵੇ ਆਫ ਦਾ ਸੋਲ, ਠੀਕ ਹੈ। ਇੱਕ ਆਪਾਂ ਅੱਗੇ ਵਰਕ ਕਰਾਂਗੇ ਦ ਪ੍ਰਿੰਸੈਸ, ਉਹਦਾ ਸਬ ਟਾਈਟਲ ਹੈ। ਸੋ ਇਨ ਮੈਮੋਰੀਅਮ 1850 ਦੇ ਵਿੱਚ ਲਿਖੀ ਗਈ ਸੀਗੀ। ਇੱਕ ਐਲਜੀ ਹੈ, ਕਿਹਦੀ ਡੈਥ ਦੇ ਉੱਪਰ ਲਿਖੀ ਸੀ? ਜਿਹੜਾ ਦਾ ਫਰੈਂਡ ਸੀ ਆਰਥਰ ਹੈਨਰੀ ਹੈਲਮ, ਇਹਦਾ ਫਰੈਂਡ ਸੀ, ਜਿਹੜਾ ਕਿ ਇਹਦਾ ਕਲੋਜ਼ ਫਰੈਂਡ ਸੀ। ਜਦੋਂ ਦੀ ਡੈਥ ਹੋ ਜਾਂਦੀ ਹੈ ਤਾਂ ਟੈਨਿਸਨ ਨੇ ਇਹ ਵਰਕ ਲਿਖਿਆ ਸੀ ਇਨ ਮੈਮੋਰੀਅਮ। ਇਸ ਵਰਕ ਨੂੰ ਕੰਪਲੀਟ ਕਰਨ ਦੇ ਲਈ ਟੈਨਿਸਨ ਨੂੰ ਟੋਟਲ 17 ਇਅਰਸ ਲੱਗੇ ਸੀਗੇ। ਕਿੰਨੇ ਇਅਰਸ ਲੱਗੇ ਸੀ ਟੈਨਿਸਨ ਨੂੰ? 17 ਇਅਰਸ ਲੱਗੇ ਸੀ। ਐਂਡ ਫਰਦਰ ਦਿਸ ਵਰਕ ਵਾਸ ਡਿਵਾਈਡਡ ਇਨਟੂ 3 ਪਾਰਟਸ, ਠੀਕ ਹੈ। 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ ਵਰਕ ਨੂੰ। ਕਿਹੜੇ ਸੀ? ਦ ਪ੍ਰੋਲੋਗ, ਦ ਪੋਇਮ, ਦ ਐਪੀਲੋਗ। ਬਹੁਤ ਇੰਪੋਰਟੈਂਟ ਹੈ ਕਿ ਇਨ ਮੈਮੋਰੀਅਮ ਵਰਕ ਨੂੰ ओरिजिनल ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ? 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਫਰਸਟ ਵਨ ਇਜ਼ ਪ੍ਰੋਲੋਗ, ਸੈਕੰਡ ਵਨ ਇਜ਼ ਦ ਪੋਇਮ ਐਂਡ ਦ ਥਰਡ ਵਨ ਇਜ਼ ਐਪੀਲੋਗ। ਹੁਣ ਇਹ ਕੁਐਸਚਨ ਵੀ ਆ ਸਕਦਾ ਹੈ ਕਿ ਕਿਹੜੇ ਵਰਕ ਇਹਦੇ ਵਿੱਚੋਂ ਕਿਹੜੇ ਪਾਰਟ ਦੇ ਵਿੱਚ ਉਹਨਾਂ ਦੀ ਸਿਸਟਰ ਸਿਸੀਲੀਆ ਦਾ ਰੈਫਰੈਂਸ ਦੇਖਣ ਨੂੰ ਮਿਲਦਾ ਹੈ? ਸੋ ਦੈਟ ਇਜ਼ ਦ ਐਪੀਲੋਗ, ਠੀਕ ਹੈ। ਐਪੀਲੋਗ ਦੇ ਵਿੱਚ ਆਪਾਂ ਨੂੰ ਟੈਨਿਸਨ ਦੀ ਜਿਹੜੀ ਸਿਸਟਰ ਹੈ ਸਿਸੀਲੀਆ, ਉਹਨਾਂ ਦਾ ਕੀ ਹੈ ਰੈਫਰੈਂਸ ਦੇਖਣ ਨੂੰ ਮਿਲਦਾ ਹੈ। ਦੋ ਇੰਪੋਰਟੈਂਟ ਕੋਟਸ ਹੈ, ਇਹ ਕੋਟ ਤਾਂ ਬਹੁਤ ਵਾਰੀ ਪੁੱਛੀ ਜਾ ਚੁੱਕੀ ਹੈ ਪਹਿਲਾਂ ਵੀ। ਨੇਚਰ ਰੈਡ ਇਨ ਟੂਥ ਐਂਡ ਕਲॉ, ਠੀਕ ਹੈ। ਇਹ ਜਿਹੜੀ ਕੋਟ ਹੈ ਇਹ ਕਿਹੜੇ ਵਰਕ ਦੇ ਵਿੱਚ ਵੇਖਣ ਨੂੰ ਮਿਲੀ ਆਪਾਂ ਨੂੰ? ਇਨ ਮੈਮੋਰੀਅਮ ਵਰਕ ਦੇ ਵਿੱਚ ਵੇਖਣ ਨੂੰ ਮਿਲੀ ਹੈ। ਕਿਹੜੀ ਕੋਟ? ਨੇਚਰ ਰੈਡ ਇਨ ਟੂਥ ਐਂਡ ਕਲॉ। ਐਂਡ ਦ ਸੈਕੰਡ ਵਨ ਇਜ਼ ਦੈਟ ਇਟਸ ਬੈਟਰ ਟੂ ਹੈਵ ਲਵਡ ਐਂਡ ਲॉस्ट ਐਂਡ ਦੇਨ ਨੇਵਰ ਟੂ ਹੈਵ ਲਵਡ ਐਂਡ ਆਲ, ਠੀਕ ਹੈ। ਇਹ ਇੰਪੋਰਟੈਂਟ ਹੈ, ਦੋਨੋਂ ਫਰੇਜ਼ਸ ਹੀ ਬਹੁਤ ਇੰਪੋਰਟੈਂਟ ਹੈ। ਦੋਨੋਂ ਫਰੇਜ਼ਸ ਆਪਾਂ ਨੂੰ ਇਨ ਮੈਮੋਰੀਅਮ ਦੇ ਵਿੱਚ ਵੇਖਣ ਨੂੰ ਮਿਲਦੇ ਆ। ਫਰਸਟ ਵਨ ਇਜ਼ ਨੇਚਰ ਰੈਡ ਇਨ ਟੂਥ ਐਂਡ ਕਲॉ ਐਂਡ ਦ ਸੈਕੰਡ ਵਨ ਇਜ਼ ਇਟਸ ਬੈਟਰ ਟੂ ਹੈਵ ਲਵਡ ਐਂਡ ਲॉस्ट then never to have loved at all, ठीक है। next work is the mod।
ਇਹ ਜਿਹੜਾ ਮੌਡ ਵਰਕ ਹੈ ਇਹ ਮੋਨੋਡਰਾਮਾ ਵੀ ਕਿਹਾ ਜਾਂਦਾ ਹੈ, ਜਿਵੇਂ ਕਿ ਆਪਾਂ ਅੱਗੇ ਰੈਫਰੈਂਸ ਡਿਸਕਸ ਕੀਤੇ ਹੈ ਨਾ, ਹਿਸਟੋਰੀਕਲ ਵਰਕ ਕਿਹੜਾ, ਹਿਸਟੋਰੀਕਲ ਡਰਾਮਾ ਕਿਹੜਾ ਸੀ, ਕੱਲਾ ਡਰਾਮਾ ਕਿਹੜਾ ਸੀ, ਠੀਕ ਹੈ, ਹਿਸਟੋਰੀਕਲ ਡਰਾਮਾ ਹੈਰੋਲਡ ਸੀ, ਕੱਲਾ ਡਰਾਮਾ ਸੀ ਦਾ ਕੱਪ ਸੀ। ਉਸੇ ਤਰ੍ਹਾਂ ਜਿਹੜਾ ਮੌਡ ਹੈ ਇਹਨੂੰ ਕੀ ਮੋਨੋਡਰਾਮਾ ਵੀ ਕਿਹਾ ਜਾਂਦਾ ਹੈ। ਸੋ ਦਿਸ ਵਰਕ ਵਾਸ ਕੰਪੋਜ਼ਡ ਇਨ 1854 ਐਂਡ ਪਬਲਿਸ਼ਡ ਇਨ ਮੌਡ ਐਂਡ ਅਦਰ ਪੋਇਮਸ ਇਨ 1855 ਇਨ 3 ਪਾਰਟਸ। ਠੀਕ ਹੈ, ਮੌਡ ਨੂੰ ਕੰਪੋਜ਼ ਤਾਂ ਕੀਤਾ ਗਿਆ 1854 ਦੇ ਵਿੱਚ, ਬਟ ਇਸ ਵਰਕ ਨੂੰ ਜਦੋਂ ਪਬਲਿਸ਼ ਕੀਤਾ ਸੀ 1855 ਦੇ ਵਿੱਚ ਤਾਂ ਕਿਹੜੇ ਟਾਈਟਲ ਦੇ ਨਾਲ ਕੀਤਾ ਸੀ, ਮੌਡ ਐਂਡ ਅਦਰ ਪੋਇਮਸ, ਤੇ ਕਿੰਨੇ ਪਾਰਟਸ ਦੇ ਵਿੱਚ ਕੀਤਾ ਸੀ, 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ। ਇਹਦੀ ਸਟੋਰੀ ਕੁਝ ਇਦਾਂ ਦੀ ਹੈ ਕਿ ਜਿਹੜੇ ਨਰੇਟਰ ਹੈ ਉਹਦੇ ਫਾਦਰ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਉਸ ਤੋਂ ਬਾਅਦ ਉਹਨੂੰ ਇੱਕ ਲੜਕੀ ਹੈ ਮੌਡ, ਉਹਦੇ ਨਾਲ ਪਿਆਰ ਹੋ ਜਾਂਦਾ ਹੈ, ਗਰਲ ਦਾ ਨੇਮ ਹੈ ਮੌਡ, ਠੀਕ ਹੈ, ਮੌਡ ਕੁੜੀ ਦਾ ਨਾਮ ਹੈ, ਉਹਦੇ ਨਾਲ ਉਹਨੂੰ ਪਿਆਰ ਹੋ ਜਾਂਦਾ ਹੈ, ਬਟ ਆਫਟਰ ਦੈਟ ਕੀ ਹੈ, ਜਿਹੜੇ ਦੇ ਲੜਕੀ ਦੇ ਫਾਦਰ ਆ ਉਹ ਬੈਂਕਰਪਟ ਹੋ ਜਾਂਦੇ ਹੈ, ਠੀਕ ਹੈ, ਕੁਝ ਇਦਾਂ ਦੀ ਸਟੋਰੀ ਹੈ, ਤੁਸੀਂ ਰੀਡ ਆਊਟ ਕਰ ਸਕਦੇ ਹੋ, ਵੈਸੇ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਸਟੋਰੀ, ਬਸ ਇਹਦਾ ਇੰਨਾ ਯਾਦ ਰੱਖ ਲਓ ਕਿ ਜਿਹੜੀ ਮੌਡ ਹੈ ਪਬਲਿਕੇਸ਼ਨ ਡੇਟ ਕੀ ਹੈ, ਜਦੋਂ ਪਬਲਿਸ਼ ਹੋਈ ਸੀ, ਕਿਹੜੇ ਨਾਮ ਦੇ ਅੰਡਰ ਪਬਲਿਸ਼ ਹੋਈ ਸੀ, ਤੇ ਮੋਨੋਡਰਾਮਾ ਕਿਹਨੂੰ ਕਿਹਾ ਜਾਂਦਾ ਹੈ, ਮੌਡ ਨੂੰ ਕਿਹਾ ਜਾਂਦਾ ਹੈ। Next one is the Idols of the King. So Idols of the King ਕਿਹੜੇ words ਦੇ ਵਿੱਚ ਲਿਖੀ ਗਈ ਹੈ, blank words ਦੇ ਵਿੱਚ ਲਿਖੀ ਗਈ ਹੈ। 12 narrative poems ਆ ਜਿਹੜੀਆਂ the Idols of King ਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਇਹਦੇ ਚ ਆਪਾਂ ਨੂੰ ਰੈਫਰੈਂਸ ਮਿਲਦਾ ਹੈ ਕਿੰਗ ਆਰਥਰ ਦਾ ਤੇ ਉਹਨਾਂ ਦੇ ਨਾਈਟਸ ਦਾ, ਠੀਕ ਹੈ, ਉਹਨਾਂ ਦੀ ਜਿਹੜੀ ਲਵਰ ਹੈ ਉਹਦਾ ਨਾਮ ਹੈਗਾ ਗਿਨੀਵਰੀ, ਠੀਕ ਹੈ। ਇਹਦੇ ਚ ਕਿ ਟ੍ਰੈਜਿਕ ਬਿਟਰੇਲ ਬਾਈ ਹਰ, ਇਹਦੇ ਚ ਦਿਖਾਇਆ ਗਿਆ ਕਿ ਜਿਹੜੀ ਗਿਨੀਵਰੀ ਹੈ ਉਹ ਇਹਨਾਂ ਨੂੰ ਕਿਵੇਂ ਚੀਟ ਕਰਦੀ ਹੈ, ਠੀਕ ਹੈ, ਕਿੰਗ ਆਰਥਰ ਨੂੰ ਕਿਵੇਂ ਚੀਟ ਕਰ ਦਿੰਦੀ ਹੈ, ਧੋਖਾ ਦੇ ਦਿੰਦੀ ਹੈ, ਤੇ ਜਿਹੜਾ ਕਿੰਗ ਆਰਥਰ ਦਾ ਜਿਹੜਾ ਕਿੰਗਡਮ ਹੈ ਉਹਦੀਆਂ ਵੀ ਆਪਾਂ ਨੂੰ ਕਿ ਰਾਈਜ਼ ਐਂਡ ਫਾਲ ਆਫ ਕਿੰਗਡਮ ਦਿਖਾਈਆਂ ਗਈਆਂ ਕਿ ਕਿਵੇਂ ਉਹਦੀ ਕਿੰਗਡਮ ਦੇ ਵਿੱਚ ਕਦੇ ਉਹਨੂੰ ਬਹੁਤ ਜ਼ਿਆਦਾ ਸਕਸੈਸ ਮਿਲਦਾ ਹੈ, ਕਦੇ ਉਹ ਬਹੁਤ ਜ਼ਿਆਦਾ ਡਾਊਨ ਆ ਜਾਂਦਾ ਹੈ। ਸੋ ਕੀ ਰਾਈਜ਼ ਐਂਡ ਫਾਲ ਦਿਖਾਇਆ ਗਿਆ ਹੈ। ਸੋ ਇੱਕ ਜਿਹੜੇ ਦਾ ਵਰਕ ਹੈ ਨਾ, ਤਾਂ ਪਾਸਿੰਗ ਆਫ ਦਾ ਆਰਥਰ, ਪਾਸਿੰਗ ਆਫ ਦਾ ਆਰਥਰ ਜਿਹੜਾ ਹੈਗਾ ਉਹ ਵੀ ਆਈਡਲਸ ਆਫ ਕਿੰਗ ਦਾ ਹੀ ਪਾਰਟ ਹੈ। ਆਪਾਂ ਪੜ੍ਹੇ ਨਾ ਆਈਡਲਸ ਆਫ ਕਿੰਗ ਨੂੰ 12 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਸੋ ਜਿਹੜਾ ਦਾ ਵਰਕ ਸੀ ਦਾ ਪਾਸਿੰਗ ਆਫ ਦਾ ਆਰਥਰ, ਉਹ ਵੀ ਕੀ ਹੈ, ਦਾ ਆਈਡਲਸ ਆਫ ਦਾ ਕਿੰਗ ਦਾ ਹੀ ਪਾਰਟ ਹੈ। ਨੈਕਸਟ ਵਨ ਇਜ਼ ਟਿਥਨਸ। ਹੁਣ ਟਿਥਨਸ ਹੈ ਜਿਹੜਾ, ਟਿਥਨਸ ਪਬਲਿਸ਼ ਹੋਇਆ ਸੀ 1860 ਦੇ ਵਿੱਚ। ਇਹ ਵੀ ਡਰਾਮੈਟਿਕ ਮੋਨੋਲੌਗ ਹੈ, ਜਿਵੇਂ ਯੂਲਿਸਿਸ ਸੀ ਡਰਾਮੈਟਿਕ ਮੋਨੋਲੌਗ, ਸੇਮ ਲਾਈਕ ਦੈਟ ਟਿਥਨਸ ਵੀ ਕੀ ਡਰਾਮੈਟਿਕ ਮੋਨੋਲੌਗ ਹੈ। ਇਹਦੇ ਚ ਜਿਹੜਾ ਟਿਥਨਸ ਹੈ ਉਹ ਆਪਦੀ ਵਾਈਫ ਈਓਸ ਨੂੰ ਐਡਰੈਸ ਕਰ ਰਿਹਾ ਹੈ, ਠੀਕ ਹੈ। ਵਾਈਫ ਦਾ ਕੀ ਨਾਮ ਹੈ, ਈਓਸ, EOS ਦੀ ਵਾਈਫ ਦਾ ਨਾਮ ਹੈ, ਜਿਹਨੂੰ ਕੀ ਰੈਫਰ ਕੀਤਾ ਗਿਆ ਦ ਗॉडेस ਆਫ ਦ ਡੌਨ, ਠੀਕ ਹੈ, ਗॉडेस ਆਫ ਡੌਨ ਕਿਹਾ ਗਿਆ ਟਿਥਨਸ ਦੀ ਵਾਈਫ ਈਓਸ ਨੂੰ। ਇਹਦੇ ਚ ਕੀ ਹੈ, ਉਹ ਆਪਦੀ ਵਾਈਫ ਤੋਂ ਗਿਫਟ ਮੰਗ ਰਿਹਾ ਹੈ। ਗਿਫਟ ਕਾਹਦਾ ਮੰਗ ਰਿਹਾ ਹੈ, ਗਿਫਟ ਆਫ ਇਮੋਰਟੈਲਿਟੀ, ਕਿ ਮਤਲਬ ਕਿ ਮੇਰੀ ਕਦੇ ਵੀ ਡੈਥ ਨਾ ਹੋਵੇ, ਮੈਂ ਕੀ ਫੋਰਐਵਰ ਜਿੰਦਾ ਰਵਾਂ। ਉਹਦੀ ਵਾਈਫ ਹੈ ਜਿਹੜੀ ਉਹਨੂੰ ਕੀ ਹੈ, ਉਹ ਗ੍ਰਾਂਟ, ਉਹਨੂੰ ਵਿਸ਼ ਉਹਦੀ ਕੰਪਲੀਟ ਪੂਰੀ ਕਰ ਦਿੰਦੇ ਆ। ਬਟ ਜਿਹੜਾ ਟਿਥਨਸ ਹੈ ਉਹ ਕੀ ਹੈ, ਇਟਰਨਲ ਯੂਥ, ਬਟ ਫੋਰਗੋਟ ਟੂ ਆਸਕ ਫॉर द ਇਟਰਨਲ ਯੰਗ ਅਲੋਂਗ ਵਿਦ ਇਟ। ਉਹ ਇਹ ਤਾਂ ਮੰਗ ਲੈਂਦੇ ਕਿ ਮੇਰੀ ਡੈਥ ਨਾ ਹੋਵੇ ਕਦੇ, ਬਟ ਇਹ ਮੰਗਣਾ ਭੁੱਲ ਜਾਂਦੇ ਆ ਕਿ ਮੈਂ ਜਵਾਨ ਰਵਾਂ, ਠੀਕ ਹੈ। ਇਹਦੇ ਚ ਵੀ ਇੰਪੋਰਟੈਂਟ ਫਰੇਜ਼ ਹੈ, ਜਿਵੇਂ ਕਿ ਆਪਾਂ ਇਨ ਮੈਮੋਰੀਅਮ ਦੇ ਵਿੱਚ 2 ਫਰੇਜ਼ਸ ਕੀਤੇ ਸੀਗੇ, ਸੇਮ ਲਾਈਕ ਦੈਟ ਟਿਥਨਸ ਦੇ ਵਿੱਚ ਵੀ ਇੱਕ ਇੰਪੋਰਟੈਂਟ ਕੋਟ ਆਉਂਦੀ ਹੈ, ਫੇਸਡ ਵਿਦ 올ਡ ਏਜ ਟਿਥਨਸ tired of his immortality yearns for death। easily ਤੁਸੀਂ ਆਇਡੈਂਟੀਫਾਈ ਕਰ ਸਕੋਗੇ ਕਿਉਂਕਿ ਟਿਥਨਸ ਵਰਡ ਆ ਗਿਆ, 올ਡ ਏਜ ਵਰਡ ਆ ਗਿਆ, ਕਿ ਕੋਟ ਕਿਹੜੇ ਵਰਕ ਦੀ ਲਈ ਗਈ ਹੈ, ਟਿਥਨਸ ਦੇ ਵਿੱਚੋਂ ਲਈ ਗਈ ਹੈ। Next one is the Charge of the Light Brigade, which got published in 1854 and it's a narrative poem. So this work talks about the Battle of the Balaclava। ਆ ਸਕਦਾ ਹੈ ਕਿ Battle of Balaclava ਦਾ ਰੈਫਰੈਂਸ ਕਿਹੜੇ ਵਰਕ ਦੇ ਵਿੱਚ ਵੇਖਣ ਨੂੰ ਮਿਲਦਾ ਹੈ, The Charge of Light Brigade। The Crimean War ਦਾ ਰੈਫਰੈਂਸ ਕਿਹੜੇ ਵਰਕ ਦੇ ਵਿੱਚ ਵੇਖਣ ਨੂੰ ਮਿਲਦਾ ਹੈ, The Charge of Light Brigade। ਇਹਦੇ 2 ਇੰਪੋਰਟੈਂਟ ਪੁਆਇੰਟਸ ਹੈ, ਬਸ ਤੁਸੀਂ ਇੰਨਾ ਹੀ ਕਰ ਲਓ, ਸਫੀਸ਼ੀਐਂਟ ਹੋਣਗੇ ਕਿ ਇਹਦੇ ਵਿੱਚ Battle of Balaclava ਦੀ ਗੱਲ ਕੀਤੀ ਗਈ ਹੈ ਐਂਡ the second one is the Crimean War ਦੀ ਗੱਲ ਕੀਤੀ ਗਈ ਹੈ। Next is Mariana। Mariana ਜਿਹੜਾ ਵਰਕ ਹੈ ਇਹਦੇ ਵਿੱਚ ਕੀ ਹੈ, a woman who laments for the lack of connection with the society। ਇਹਦੇ ਚ ਇੱਕ ਜਿਹੜੀ ਔਰਤ ਹੈ ਉਹ ਦੱਸ ਰਹੀ ਹੈ ਕਿ ਮੇਰਾ ਕਿਵੇਂ ਸੋਸਾਇਟੀ ਦੇ ਨਾਲ ਹੈ ਕਨੈਕਸ਼ਨ ਹੈ, ਬਿਲਕੁਲ ਕੀ ਹੈ ਕਿ ਟੁੱਟ ਚੁੱਕਿਆ ਹੈ, ਠੀਕ ਹੈ। ਉਹ ਜਦੋਂ ਹਰੇਕ ਪੋਇਮ ਦੇ ਲਾਸਟ ਸੈਂਜਾ ਦੇ ਵਿੱਚ ਉਹਨੇ ਕੀ ਡੈਥ ਮੰਗੀ ਹੈ, ਕਿਉਂ, ਕਿਉਂਕਿ ਉਹਦਾ ਸੋਸਾਇਟੀ ਦੇ ਨਾਲ ਕੋਈ ਕਨੈਕਸ਼ਨ ਨਹੀਂ ਰਿਹਾ, ਕਿ ਉਹ ਆਪਦੇ ਆਪ ਨੂੰ ਇੰਨਾ ਲੋਨਲੀ ਫੀਲ ਕਰਦੀ ਹੈ ਇਹਦੇ ਵਿੱਚ ਕਿ ਉਹ ਆਪਦੇ ਆਪ ਨੂੰ ਐਂਡ ਦੇ ਵਿੱਚ ਕੀ ਡੈਥ ਨੂੰ ਮੰਗਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਨੂੰ ਡੈਥ ਹੀ ਆ ਜੇ। ਕਿਹੜੀ ਪੋਇਮ ਹੈ, ਮੈਰੀਆਨਾ। ਜਿਹੜਾ ਇੰਸਪੀਰੇਸ਼ਨ ਫॉर ਮੈਰੀਆਨਾ, ਜਿਹੜੀ ਟੈਨਿਸਨ ਨੂੰ ਇੰਸਪੀਰੇਸ਼ਨ ਮਿਲੀ ਸੀ ਮੈਰੀਆਨਾ ਲਿਖਣ ਲਈ, ਕਿੱਥੋਂ ਆਈ ਸੀ, ਸ਼ੇਕਸਪੀਅਰ ਦਾ ਜਿਹੜਾ ਪਲੇ ਸੀ ਮੈਜਰ ਫॉर ਮੈਜਰ। ਹੁਣ ਸ਼ੇਕਸਪੀਅਰ ਦਾ ਪਲੇ ਜਿਹੜਾ ਮੈਜਰ ਫॉर ਮੈਜਰ, ਤੁਹਾਨੂੰ ਪਤਾ ਹੋਊਗਾ ਕਿ ਮੈਜਰ ਫॉर ਮੈਜਰ ਨੂੰ ਪ੍ਰੋਬਲਮ ਪਲੇ ਵੀ ਕਿਹਾ ਜਾਂਦਾ ਹੈ ਸ਼ੇਕਸਪੀਅਰ ਦਾ, ਠੀਕ ਹੈ, ਕਿ ਇੰਸਪੀਰੇਸ਼ਨ ਫॉर ਮੈਰੀਆਨਾ ਕਮਸ ਫਰॉम ਦਾ ਸ਼ੇਕਸਪੀਅਰਸ ਪਲੇ
ਮੈਜਰ ਫॉर ਮੈਜਰ। ਵੇਖੋ ਤੁਸੀਂ ਟੈਨਿਸਨ ਦੇ ਜਦੋਂ ਆਪਾਂ ਟੈਨਿਸਨ ਦੇ ਵਰਕਸ ਪੜ੍ਹਦੇ ਆ ਜਾਂ ਟੈਨਿਸਨ ਦੀ ਬਾਇਓਗ੍ਰਾਫੀ ਪੜ੍ਹਦੇ ਆ, ਸ਼ੇਕਸਪੀਅਰ ਦਾ 2 ਵਾਰੀ ਰੈਫਰੈਂਸ ਆ ਗਿਆ। ਫਸਟ ਕਦੋਂ ਆਇਆ ਸੀ? ਜਦੋਂ ਉਹਦੇ ਡੈਥ ਬੈਡ ਦੇ ਨੀਚੋਂ ਕੀ ਸ਼ੇਕਸਪੀਅਰ ਦੇ ਆਪਾਂ ਨੂੰ ਕਾਪੀ ਮਿਲਦੀ ਹੈ ਸਿੰਬਲਿਨ ਵਰਕ ਦੀ, ਐਂਡ ਸੈਕਿੰਡ ਆ ਗਿਆ ਕਿ ਸ਼ੇਕਸਪੀਅਰ ਦੇ ਪਲੇ ਮੈਜਰ ਫॉर ਮੈਜਰ ਜਿਹੜਾ ਪ੍ਰੋਬਲਮ ਪਲੇ ਸੀ ਉਹਦੇ ਤੋਂ ਇਨਸਪਾਇਰ ਹੋ ਕੇ ਉਹਨੇ ਕੀ ਮਰੀਆਨਾ ਲਿਖਿਆ ਸੀ। ਸੋ ਦ ਮੋਸਟ ਇੰਪੋਰਟੈਂਟ ਇਜ਼ ਦ ਪ੍ਰਿੰਸੈਸ। ਪ੍ਰਿੰਸੈਸ ਦਾ सबटाइटल ਕੀ ਆ? ਅ ਮੈਡਲੇ। ठीक है, द प्रिंसेस का सबटाइटल अ मेडले। दिस वर्क पब्लिश्ड इन 1847। ब्लैंक वर्स है, नैरेटिव पोएम है, लॉन्ग पोएम है। 7 लेंथी कैंटोज ਇਹਦੇ ਚ ਕੀ ਆ ਆਪਾਂ ਨੂੰ 7 लेंथी कैंटोज ਵੇਖਣ ਨੂੰ ਮਿਲਦੇ ਆ। ਇਹਦਾ ਜਿਹੜਾ ਨਰੇਟਰ ਹੈ ਉਹਦਾ ਨਾਮ ਹੈਗਾ ਪ੍ਰਿੰਸ। ਠੀਕ ਹੈ, ਇੱਕ ਚੀਜ਼ ਯਾਦ ਰੱਖਿਓ ਇਹਦੇ ਵਿੱਚ ਕੀ ਹੈ 7 ਯੰਗ men ਐਂਡ women। ਇਸ ਵਰਕ ਦੇ ਵਿੱਚ 7 young men and women ਜਿਹੜੇ ਕਿ ਇਕੱਠੇ ਹੁੰਦੇ ਆ ਸਮਰ ਈਵਨਿੰਗ ਦੇ ਵਿੱਚ, ਜਿਹੜੇ ਕਿ ਪ੍ਰਿੰਸੈਸ ਦੀ ਸਟੋਰੀ ਨੂੰ ਆਪਸ ਦੇ ਵਿੱਚ ਕੀ ਡਿਸਕਸ ਕਰ ਰਹੇ ਆ। ਠੀਕ ਹੈ, ਇਹਦੇ ਚ ਕੀ ਹੈ ਜਿਹੜੀ ਪ੍ਰਿੰਸੈਸ ਹੈ ਉਹਦਾ ਨਾਮ ਹੈਗਾ ਈਡਾ। ਠੀਕ ਹੈ, IDA ਈਡਾ। ਇਹਦੇ ਵਿੱਚ ਕੀ ਹੁੰਦਾ ਹੈ ਨਾ ਕਿ ਜਿਹੜੀ ਇਹ ਲੜਕੀ ਹੈ ਪ੍ਰਿੰਸੈਸ ਹੈ ਈਡਾ, ਇਹਨੂੰ ਕੀ ਹੈ ਮੈਨ ਸੁਸਾਇਟੀ ਤੋਂ ਬਹੁਤ ਜ਼ਿਆਦਾ ਕੀ ਹੈ ਜੈਲਸੀ ਹੁੰਦੀ ਹੈ। ਜਦੋਂ ਬਚਪਨ ਦੇ ਵਿੱਚ ਕੀ ਇਹਦੀ ਇੰਗੇਜਮੈਂਟ ਹੋ ਗਈ ਹੁੰਦੀ ਹੈ ਕਿਸੇ ਪ੍ਰਿੰਸ ਦੇ ਨਾਲ, ਬਟ ਆਫਟਰ ਦੈਟ ਕੀ ਇਹਨੂੰ ਮੈਨ ਸੁਸਾਇਟੀ ਤੋਂ ਬਹੁਤ ਜ਼ਿਆਦਾ ਨਫ਼ਰਤ ਫੀਲ ਕਰਨ ਲੱਗ ਜਾਂਦੀ ਹੈ। ਵੱਡੀ ਹੋ ਕੇ ਕੀ ਕਰਦੀ ਜਿਹੜੇ ਪ੍ਰਿੰਸੈਸ ਈਡਾ ਇੱਕ ਯੂਨੀਵਰਸਿਟੀ ਓਪਨ ਕਰਦੀ ਹੈ, ਜਿਹੜੀ ਉਸ ਯੂਨੀਵਰਸਿਟੀ ਦੇ ਵਿੱਚ ਮੈਨਸ ਨੂੰ ਆਉਣ ਦੀ ਬਿਲਕੁਲ ਵੀ ਕੀ ਪਰਮਿਸ਼ਨ ਨਹੀਂ ਹੁੰਦੀ। ਬਟ ਜਿਹੜੇ ਬੰਦੇ ਨਾਲ ਇਹਦੀ ਇੰਗੇਜਮੈਂਟ ਹੋਈ ਹੁੰਦੀ ਹੈ ਇਨ ਹਰ ਚਾਈਲਡਹੁੱਡ, ਉਹ ਵੱਡਾ ਹੋ ਕੇ ਕੀ ਉਹ ਪ੍ਰਿੰਸੈਸ ਈਡਾ ਨੂੰ ਮਿਲਣਾ ਚਾਹੁੰਦਾ ਕਿ ਮੈਂ ਮਿਲਾਂ ਕਿ ਮੇਰੀ ਜਿਹੜੀ ਲੜਕੀ ਨਾਲ ਇੰਗੇਜਮੈਂਟ ਹੋਈ ਸੀਗੀ। ਉਹ ਯੂਨੀਵਰਸਿਟੀ ਦੇ ਵਿੱਚ ਐਂਟਰ ਹੁੰਦੇ ਆ ਬਟ ਆਪਦੇ ਆਪ ਨੂੰ ਕਿੱਦਾਂ ਡਿਸਗਾਈਜ਼ ਕਰਕੇ, ਆਪਦੇ ਆਪ ਨੂੰ ਵਿਮਨ ਡਿਸਗਾਈਜ਼ ਕਰਕੇ। ਠੀਕ ਹੈ, ਤੇ ਉਹ ਜਿਹੜੇ ਬੰਦੇ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ ਠੀਕ ਹੈ ਵਿਮਨਸ ਬਣ ਕੇ, ਉਹਨਾਂ ਦੇ ਨਾਮ ਹੈ ਸਾਇਰਲ ਐਂਡ ਫਲੋਰੀਅਨ। ਸਾਇਰਲ ਐਂਡ ਫਲੋਰੀਅਨ ਸੀ ਜਿਹੜੇ ਬੰਦੇ ਆ ਜਿਹੜੇ ਐਜ਼ ਅ ਵਿਮਨ ਡਿਸਗਾਈਜ਼ ਹੋ ਕੇ ਵਿਮਨਸ ਦੀਆਂ ਯੂਨੀਵਰਸਿਟੀ ਦੇ ਵਿੱਚ ਆ ਜਾਂਦੇ ਆ। ਆਫਟਰ ਦੈਟ ਕੀ ਹੈ ਉੱਥੇ ਉਹ ਫੜੇ ਜਾਂਦੇ ਆ, ਫਿਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਡਿਊਲ ਹੁੰਦੀ ਆ। ਬਟ ਐਂਡ ਦੇ ਵਿੱਚ ਕੀ ਹੁੰਦਾ ਜਦੋਂ ਪ੍ਰਿੰਸੈਸ ਈਡਾ ਹੈ ਫਿਰ ਉਹਦਾ ਕੀ ਹੈ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਪ੍ਰਿੰਸ ਦੇ ਲਈ ਪਿਆਰ ਦੁਬਾਰਾ ਤੋਂ ਜਾਗ ਪੈਂਦਾ ਹੈ। ਠੀਕ ਹੈ, ਇਹਦੇ ਚ ਵੀ ਕੀ ਹੈ ਜਿਹੜਾ ਪ੍ਰਿੰਸ ਹੈ ਠੀਕ ਹੈ ਪ੍ਰਿੰਸ ਇਹਦੇ ਚ ਕੋਟ ਯੂਜ਼ ਕਰਦਾ ਹੈ wild nature needs wise girls not war lest I lost all। ठीक है, ਇਹਦੇ ਵਿੱਚ ਪ੍ਰਿੰਸ ਨੇ ਕੋਟ ਯੂਜ਼ ਕੀਤੀ ਹੈ wild nature needs wise girls। ਠੀਕ ਹੈ, ਕਿ ਜਿਹੜੇ ਗੁੱਸੇ ਖੰਖਾਰੂ ਸੁਭਾਅ ਵਾਲੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਕੌਣ ਹੈਂਡਲ ਕਰ ਸਕਦਾ? ਜਿਹੜੇ ਚਲਾਕ ਜਿਹੇ ਬੰਦੇ ਹੁੰਦੇ ਨੇ ਉਹੀ ਹੈਂਡਲ ਕਰ ਸਕਦੇ ਆ। ਠੀਕ ਹੈ, ਫਿਰ ਅਖੀਰ ਦੇ ਵਿੱਚ ਕੀ ਹੁੰਦੇ ਜਿਹੜੇ ਪ੍ਰਿੰਸੈਸ ਹੁੰਦੇ ਆ ਠੀਕ ਹੈ ਰਿਟਰਨਸ ਦਾ ਪ੍ਰਿੰਸ ਲਵ। ਸੋ that was all about Tennyson। ਆਪਾਂ ਨੂੰ ਕੁਝ ਕੁਐਸਚਨ ਡਿਸਕਸ ਕਰ ਲੈਣੇ ਆ। ਸਵੈਨ Song of Tennyson। ਸਵੈਨ Song of Tennyson ਕਿਹੜਾ ਸੀ ਦੱਸੋ? Without opening the notebooks and notes। ਸਵੈਨ Song of Tennyson। Crossing the bar। ठीक है, second one is historical drama written by Tennyson। historical drama हाँ हेरोल्ड ਜਿਹੜਾ द कप ਸੀ द कप ਕੀ ਸੀ द कप ਕੱਲਾ ਡਰਾਮਾ ਸੀ। ਇੱਥੇ ਗੱਲ ਕੀਤੀ ਗਈ historical drama written by Tennyson। sorry, next one is drama written by Tennyson। drama written by Tennyson cup the cup। ठीक है, first published poems। first published poem। first published poem solo नहीं पूछा, first published poem poem by two brothers। ठीक है, next one is monodrama written by Tennyson। monodrama mod m तो mod m तो monodrama। ठीक है, नेक्स्ट क्वेश्चन इज क्वीन मैरी इज अ वर्क है टेनिसन दा। क्वीन मैरी की सी नॉवेल है, ड्रामा है, पोएम है, एलिजी है? ड्रामा। ठीक है, सब टाइटल ऑफ द प्रिंसेस अ मेडले। पोएम विच डील्स विद द क्रीमियन वॉर। केड़ी वॉर है केड़ी पोएम है जिहदे विच क्रीमियन वॉर दा भी रेफरेंस मिलदा है ते बैटल ऑफ बैलाक्लावा दा भी रेफरेंस मिलदा है? The charge of light, the charge of light brigade। और सिर्फ 2 रेफरेंस ही है, क्रीमियन वॉर दा भी है ते एक हैगी बैटल ऑफ बैलाक्लावा दा। ठीक है,
नेक्स्ट, व्हाट इज शैलेट इन द लेडी ऑफ शैलेट? शैलेट की है, हाँ, शैलेट इज एन आइलैंड. ओरिजिनल टाइटल ऑफ इन मेमोरियम, ओरिजिनल टाइटल ऑफ इन मेमोरियम, द वे ऑफ द सोल. इन मेमोरियम की याद ਦੇ ਵਿੱਚ ਲਿਖੀ ਗਈ ਹੈ. ਪਬਲਿਕੇਸ਼ਨ ਡੇਟ ਇਨ ਮੈਮੋਰੀਅਮ, ਠੀਕ, ਕਿੰਨੇ ਪਾਰਟਸ ਵਿੱਚ ਡਿਵਾਈਡ ਸੀ, ਕਿਹੜੇ ਕਿਹੜੇ ਸੀ? नो, प्रोलोग, पोएम, एपिलोग. ਕਿਹੜੇ ਪਾਰਟ ਦੇ ਵਿੱਚ ਉਹਦੀ ਸਿਸਟਰ ਦਾ ਰੈਫਰੈਂਸ ਮਿਲਦਾ ਹੈ ਸਿਸੀਲੀਆ ਦਾ? ਐਪੀਲੋਗ ਦੇ ਵਿੱਚ, ਠੀਕ ਹੈ. ਦ ਪ੍ਰਿੰਸੈਸ ਦੀ ਥੀਮ, हाँ, women's education and women's right, ठीक है. the princess ਦਾ सब टाइटल की सी? a medley, ठीक है. name of the princess करवाया सी ਤੁਹਾਨੂੰ? ida, very good. nature red in tooth and claw appears in? good. so that's all, thank you.